ठीक है। वाहिगुरु जी का खालसा वाहिगुरु जी की फतेह। सारी संगत नूं अज दे प्रोग्राम विच जीव आया। तो संगत जी अज सोमवार है और असी सवाल जवाब का जो सैशन शुरू करना। तो पैनल आपकी सेवा च हाजिर है। सब तो पहले आप नाल फतेह साझी करेगा जी, ते उस तो बाद असी जिहड़ा वो शुरू करांगे। पर उस तो पहला आओ आपां मूल मंत्र का पाठ कर लईए। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। तो आओ संगत जी, सब तो पहला पैनल मैंबरान आप जी नाल फतेह साझी करनगे। तो मैं बेनती कर रहा भैन मनिंदर कौर जी। वाहिगुरु जी का खालसा वाहिगुरु जी वाहिगुरु की जी की फतेह। फतेह। हाँ जी। इंद्रबीर सिंह जी। वाहिगुरु जी का खालसा वाहिगुरु जी की वाहिगुरु फतेह जी की जी। फतेह। डॉक्टर तेजिंदर सिंह जी। वाहिगुरु जी का खालसा वाहिगुरु जी की वाहिगुरु जी फतेह। की फतेह। सरदार किकर सिंह जी। हाँ जी किकर। वाहिगुरु जी का खालसा वाहिगुरु हाँ जी की वाहिगुरु फतेह। जी की फतेह। सरदार तेजिंदर सिंह जी। वाहिगुरु जी का खालसा वाहिगुरु जी की वाहिगुरु जी की फतेह। आज साडे मैंबर जगीर सिंह जी, प्रभकीर्तन सिंह जी, हरजीत सिंह जी। एमपी सिंह जी को फतेह बुला लो। एमपी सिंह जी हाँ तो जी। एमपी सिंह जी तो ही। हाँ सा एमपी सिंह जी फतेह साझी कर लो जी। वाहिगुरु जी का खालसा वाहिगुरु जी की फतेह। जगीर सिंह जी तो ने भी खैर ज्वाइन आप कर शुरू लिया। करते हैं संगत जी। ਜਿਹੜੇ ਵੀ ਹਾਜ਼ਰੀਨ ਹਨ ਪੈਨਲ ਮੈਂਬਰ ਆਪ ਦੀ ਸੇਵਾ 'ਚ ਹਾਜ਼ਰ ਨੇ। तो आओ सब तो पहला ਜਿਹੜਾ ਆਪਾਂ ਸਵਾਲ ਲੈਣਾ ਜੀ ਉਹ जगीर सिंह जी आ गए हैं। जगीर सिंह जी आ गए। अच्छा साजगीर सिंह जी मैं को होस्ट बना लवा जी। हाँ जी साजगीर सिंह जी फतेह साझी कर लो संगत नाल। वाहिगुरु जी का खालसा वाहिगुरु वाहिगुरु जी की फतेह। तो साध संगत जी एक सवाल जो है पिछले हफ्ते भी पेंडिंग रह गया सीगा। ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਤੋਂ ਖਿਮਾ ਮੰਗਾਂਗਾ ਤੇ ਉਸ ਤੋਂ ਬਾਅਦ ਮੈਂ ਐਮਪੀ ਸਿੰਘ ਨੂੰ ਬੇਨਤੀ ਕਰਾਂਗਾ ਕਿ ਸਵਾਲ ਕਰਤਾ ਪੁੱਛ ਰਹੇ ਨੇ ਕਿ ਵਾਹਿਗੁਰੂ ਨਾਮ ਹੈ ਜਾਂ ਵਿਸ਼ੇਸ਼ਣ ਹੈ। ਕਿਉਂਕਿ ਕਈ ਵਾਰੀ ਉਚਾਰਨ ਕਰਕੇ ਆ ਜਾਂਦਾ ਵੀ ਵਾਹਿਗੁਰੂ ਕਰੀਏ ਕਿ ਵਾਹਿਗੁਰੂ ਕਰੀਏ। तो संगत ਵਿੱਚੋਂ ਸਹਿ ਹਰਦੀਪ ਸਿੰਘ ਜੀ ਨੇ ਸਵਾਲ ਪੁੱਛਿਆ ਸੀਗਾ ਕਿ ਵਾਹਿਗੁਰੂ ਨਾਮ ਜਿਹੜਾ ਇਹ ਵਿਸ਼ੇਸ਼ਣ ਹੈ ਕਿ ਨਾਮ ਹੈ ਜਾਂ ਦੋਨੋਂ ਨੇ ਤੇ ਉਚਾਰਨ ਵਿੱਚ ਕੀ ਅੰਤਰ ਹੈ ਵੀ ਵਾਹਿਗੁਰੂ ਕਹਿਣਾ ਹੈ ਕਿ ਵਾਹਿਗੁਰੂ ਕਹਿਣਾ ਹੈ। ਇਹ ਇਹਨਾਂ ਦਾ ਸਵਾਲ ਹੈ ਤੇ ਐਮਪੀ ਸਿੰਘ ਜੀ ਤੁਸੀਂ ਇਹਦੇ ਬਾਰੇ ਡਿਟੇਲ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਾਹਿਗੁਰੂ ਸ਼ਬਦ ਦੇ ਉਚਾਰਨ ਸੰਬੰਧੀ ਪਹਿਲਾਂ ਵੀ ਇਸ ਕਲਾਸ ਵਿੱਚ ਵਿਚਾਰ ਹੋ ਚੁੱਕੀ ਹੈ। ਇਹ ਠੀਕ ਹੈ ਕਿ ਵਾਹਿਗੁਰੂ ਲਫ਼ਜ਼ ਦੋ ਸ਼ਬਦਾਂ ਦਾ ਸੁਮੇਲ ਹੈ। ਇਹਦੇ ਦੋ ਹਿੱਸੇ ਹਨ, ਵਾਹ ਤੇ ਗੁਰੂ। ਵਾਹ ਦੇ ਹਾਹੇ ਨੂੰ ਸਿਆਰੀ ਲੱਗੀ ਹੋਈ ਹੈ ਪਰ ਉਚਾਰਨ ਉਸ ਦਾ ਵਾਹ ਹੀ ਕੀਤਾ ਜਾਂਦਾ ਹੈ। ਪਰ ਇੱਕ ਗੱਲ ਹੋਰ ਵੀ ਇੱਥੇ ਹੈ ਕਿ ਵਾਹ ਲਫ਼ਜ਼ ਫਾਰਸੀ ਬੋਲੀ ਤੋਂ ਆਇਆ ਹੈ ਜਿਹਦਾ ਅਸਚਰਜਤਾ ਵਾਲੇ ਭਾਵ ਅਰਥ ਹੁੰਦੇ ਹਨ। ਜਿਹੜੀ ਚੀਜ਼ ਨੂੰ ਵੇਖ ਕੇ, ਜਿਹੜੀ ਚੀਜ਼ ਦੇ ਬਾਰੇ ਸਾਡੇ ਮਨ ਦੇ ਵਿੱਚ ਵਿਸਮਾਦ ਪੈਦਾ ਹੋ ਜਾਵੇ ਜਾਂ ਉਹਨਾਂ ਨੂੰ ਅਸੀਂ ਬਿਆਨ ਨਾ ਕਰ ਸਕੀਏ, ਜਿਹੜੀ ਐਸੀ ਚੀਜ਼ ਹੋਵੇ ਜਿਹਨੂੰ ਬਿਆਨ ਕਰਨ ਵਾਸਤੇ ਸਾਡੇ ਕੋਲ ਲਫ਼ਜ਼ ਉੱਡ ਜਾਣ ਤਾਂ ਸਾਡੇ ਮੂੰਹੋਂ ਅਚਨਚੇਤ ਨਿਕਲਦਾ ਬਈ ਵਾਹ। ਇਹ ਆਮ ਅੱਜ ਕੱਲ੍ਹ ਸਾਡੇ ਹੋਰ ਜਿਹੜੇ ਵੀ ਖੇਤਰ ਹਨ ਉਹਨਾਂ ਦੇ ਵਰਤਾਰੇ ਵਿੱਚ ਵੀ ਇਹ ਕੁਝ ਹੁੰਦਾ ਹੀ ਹੈ। ਅਸੀਂ ਬਹੁਤ ਕੋਈ ਚੰਗੀ ਸੰਗੀਤ ਦੀ ਕੋਈ ਧੁਨ ਸੁਣਦੇ ਹਾਂ, ਕੋਈ ਬਹੁਤ ਚੰਗੀ ਪੇਂਟਿੰਗ ਵੇਖ ਲੈਂਦੇ ਹਾਂ ਤੇ ਸਾਡੇ ਮੂੰਹੋਂ ਨਿਕਲ ਜਾਂਦਾ ਹੈ ਵਾਹ।
तो वाह लफज ਅਚਰਜਤਾ ਦਾ ਵਿਸਮਿਕ ਵਿਸਮਾਦ ਦਾ ਸੂਚਕ। ਗੁਰੂ ਲਫ਼ਜ਼ ਦਾ ਜੋ ओरिजिन है वो संस्कृत बोली तो आया है, ਜਿਹਦਾ ਭਾਵ ਹੈ अंधेरे ਨੂੰ ਨਾਸ਼ ਕਰਨ ਵਾਲਾ, ਚਾਨਣ ਦੇਣ ਵਾਲਾ। तो ये अध्यात्मक अंधेरे ਨੂੰ दूर करके अध्यात्मक ਚਾਨਣ ਦੇਣ ਵਾਲੇ गुरु ਦੇ ਹਥਾਏ ਇਹ ਲਫ਼ਜ਼ ਵਰਤਿਆ ਗਿਆ ਹੈ। और गुरबाणी 'ਚ ਇਸ ਲਫ਼ਜ਼ ਦੀ ਵਰਤੋਂ ਅਕਾਲ ਪੁਰਖ ਵਾਸਤੇ ਵੀ ਕੀਤੀ ਗਈ ਹੈ। तो कई लोगों ਨੂੰ ਇਹ ਵੀ ਇਤਰਾਜ਼ ਹੁੰਦਾ ਹੈ ਜੀ ਕਿ ਵੀ ਇੱਕ ਲਫ਼ਜ਼ ਫਾਰਸੀ ਦਾ ਹੈ, ਇੱਕ ਲਫ਼ਜ਼ ਸੰਸਕ੍ਰਿਤ ਦਾ ਹੈ, ਇਹਨਾਂ ਦੋਨਾਂ ਦਾ ਜੋੜ ਹੋ ਨਹੀਂ ਸਕਦਾ। ਪਰ ਇੱਥੇ ਇੱਕ ਬੇਨਤੀ ਮੈਂ ਕਰਨੀ ਚਾਹਾਂਗਾ ਕਿ ਕੋਈ ਬੋਲੀ ਵੀ ਕਦੀ ਸਿਰਫ ਨਿਯਮਾਂ ਨੂੰ ਰਚ ਕੇ ਤੇ ਉਸ ਨੂੰ ਲੋਕਾਂ ਦੇ ਵਿੱਚ ਪ੍ਰਚਾਰਿਆ ਨਹੀਂ ਜਾ ਸਕਦਾ। ਬੋਲੀ ਜਿਵੇਂ ਲੋਕਾਂ ਦੇ ਵਿੱਚ ਵਰਤੀ ਜਾਂਦੀ ਹੈ, ਜਿਵੇਂ ਲੋਕ ਉਹਦਾ ਇਸਤੇਮਾਲ ਕਰਦੇ ਹਨ, ਸਹਿਜੇ ਸਹਿਜੇ ਨਿਯਮ ਉਹਦੇ ਮੁਤਾਬਕ ਬਣਦੇ ਜਾਂਦੇ ਹਨ ਤੇ ਫਿਰ ਵਿਦਵਾਨ ਲੋਕ ਉਹਨਾਂ ਨਿਯਮਾਂ ਨੂੰ ਸੂਚੀਬੱਧ ਕਰ ਲੈਂਦੇ ਹਨ ਤੇ ਉਸ ਤਰੀਕੇ ਦੇ ਨਾਲ ਫਿਰ ਵਿਆਕਰਣ ਉਸ ਬੋਲੀ ਦੀ ਬਣ ਜਾਂਦੀ ਹੈ। ਇਹ ਕਿਸੇ ਵੀ ਬੋਲੀ ਨਾਲ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿ ਕਿਸੇ ਵਿਦਵਾਨਾਂ ਦੇ ਗਰੁੱਪ ਨੇ ਪਹਿਲਾਂ ਕੋਈ ਨਿਯਮ ਕੱਢ ਲਏ ਹੋਣ ਤੇ ਫਿਰ ਉਹਨਾਂ ਨੇ ਇੱਕ ਬੋਲੀ ਨਵੀਂ ਰਚ ਦਿੱਤੀ ਹੋਵੇ ਤੇ ਫਿਰ ਲੋਕੀ ਉਹਨੂੰ ਬੋਲਣ ਲੱਗ ਪਏ। ਐਸਾ ਕਦੀ ਨਹੀਂ ਹੋਇਆ। ਬੋਲੀਆਂ ਪਹਿਲਾਂ ਵਿਕਸਿਤ ਹੁੰਦੀਆਂ ਨੇ, ਨਿਯਮ ਉਹਨਾਂ ਦੇ ਬਾਅਦ ਵਿੱਚ ਸੂਚੀਬੱਧ ਕੀਤੇ ਜਾਂਦੇ ਨੇ। ਤਾਂ ਇਸ ਕਰਕੇ ਜੇ ਕੋਈ ਲਫ਼ਜ਼ ਆਮ ਜਨਤਾ ਦੇ ਵਿੱਚ ਕਿਸੇ ਖਾਸ ਭਾਵ-ਅਰਥ ਦੇ ਵਿੱਚ ਇਸਤੇਮਾਲ ਹੋ ਜਾਂਦਾ ਹੈ ਤਾਂ ਉਹ ਉਸ ਬੋਲੀ ਦੇ ਵਿੱਚ ਐਡ ਕਰਕੇ ਐਕਸੈਪਟ ਕਰ ਲਿਆ ਜਾਂਦਾ ਹੈ। ਜਿਵੇਂ ਅੰਗਰੇਜ਼ੀ ਦਾ ਹੀ ਤੁਸੀਂ ਐਗਜ਼ਾਮਪਲ ਦੇਖ ਲਓ, ਉਹਨਾਂ ਦੀ ਜਿਹੜੀ ਡਿਕਸ਼ਨਰੀ ਹੈ ਹਰ ਸਾਲ ਨਵੀਂ ਬਣਦੀ ਹੈ, ਉਹਦੇ ਵਿੱਚ ਸੈਂਕੜੇ ਲਫ਼ਜ਼ ਹਰ ਸਾਲ ਉਹ ਨਵੇਂ ਐਡ ਕਰਦੇ ਹਨ ਜਿਹੜੇ ਕਈ ਵਾਰੀ ਦੂਸਰੀਆਂ ਬੋਲੀਆਂ ਤੋਂ ਵੀ ਆਏ ਹੁੰਦੇ ਹਨ। ਅੰਗਰੇਜ਼ੀ ਦੇ ਅੰਦਰ ਹੁਣ ਕਈ ਐਸੇ ਲਫ਼ਜ਼ ਹਨ ਜਿਹੜੇ ਹਿੰਦੁਸਤਾਨੀ ਬੋਲੀਆਂ ਤੋਂ ਵੀ ਅੰਗਰੇਜ਼ੀ ਦੇ ਵਿੱਚ एक्सेप्ट कर ले गए हैं। नहीं तो अंग्रेजा ने ओरिजिनल इंग्लिश के अंदर कोई बाजार का कोई सेंस नहीं सी होंदी। बाजार लफ्ज हिंदुस्तानी बोली तो ही उत्ते गया है। तो कहने तो भाव यह है कि जे कोई लफ्ज आम जनता विच किसी खास अर्थ दे विच एक्सेप्ट हो जाता है और सारे लोग उस लफ्ज तो वही भाव समझते हैं तो उन्होंने बोली दे विच मन लिया जाता है। तो इसलिए वाहिगुरू लफ्ज जिहड़ा है वो अकाल पुरख का सूचक एक्सेप्ट हो चुका है। तो खास तौर पर सिख समाज के अंदर जिन्ने भी असी लोग वाहिगुरू बोलते हाँ, चाहे वाहगुरू बोलते हाँ, ਉਹਦਾ ਭਾਵ ਅਰਥ ਅਕਾਲ ਪੁਰਖ ਦੇ ਨਾਮ ਵਜੋਂ ਉਹਨੂੰ ਐਕਸੈਪਟ ਕਰ ਲਿਆ ਜਾਂਦਾ। ਹੁਣ ਜੇ ਅਸੀਂ ਲਫ਼ਜ਼ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਇਹਦਾ ਸੁਣਨ ਵਾਲਾ ਤੇ ਬੋਲਣ ਵਾਲੇ ਦੇ ਮਨ ਵਿੱਚ ਭਾਵ ਇਹ ਹੁੰਦਾ ਹੈ ਕਿ ਖਾਲਸਾ ਅਕਾਲ ਪੁਰਖ ਦਾ ਹੈ ਤੇ ਫਤਿਹ ਵੀ ਅਕਾਲ ਪੁਰਖ ਦੀ ਬਖਸ਼ਿਸ਼ ਦੀ ਕੀਤੀ ਹੋਈ ਹੈ। तो इस करके ये वाहिगुरू लफज भावें दो वक्खो वक्ख बोलियां दे लफ्जां दा मेल है, पर ये एक लफज बन के अकाल पुरख दे नाम वजों एक्सेप्ट हो चुका है और इसे भाव विच इहदा उच्चारण किया जाता है। गुरबाणी दे अंदर गुर ते वाह लफज वक्खो वखरे वरते गए हैं। गुरबाणी दे अंदर नानक दास कहो गुर वाह, उत्थे भी उहदा भाव यह है कि गुरु नूं वाह आखो। तो उत्थे वाह लफज गुरु का विशेषण है, ਉਹਦੀ ਵਡਿਆਈ ਨੂੰ ਦਰਸਾਉਂਦਾ ਹੋਇਆ। तो जिथे वाह ते गुरु लफज दोनों वक्खो वखरे वरते जाते हैं तो उत्थे वाह लफज गुरु का विशेषण है। जिथे वाहिगुरू इकट्ठा करके वरत्या जाता है उत्थे वाहिगुरू नाउन के रूप के विच इस्तेमाल होता है और उसे भाव के अंदर ही समझिया जाता है कि वो अकाल पुरख के नाम वजों उन्होंने सुनिया ते मन्निया जाता है। तो आस है कि जो इन्होंने सवाल किया है उन्होंने गल स्पष्ट हो गई होगी। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ। ਤਾਂ ਵੀਰ ਜੀ ਨੇ ਦੱਸਤਾ ਵੀ ਇਹ ਨਾਉਨ ਵੀ ਕਿਸ ਤਰ੍ਹਾਂ ਤੇ ਵਿਸ਼ੇਸ਼ਣ ਕਿਸ ਤਰ੍ਹਾਂ। ਤੇ ਸੰਗਤ ਜੀ ਭਾਈ ਕਾਹਨ ਸਿੰਘ ਜੀ ਨਾਭਾ ਨੇ ਆਪਣੇ ਮਹਾਨ ਕੋਸ਼ ਵਿੱਚ ਵੀ ਇਹ ਲਿਖਿਆ ਕਿ ਇਹ ਦੋਨੋਂ ਤਰ੍ਹਾਂ ਇਹਨਾਂ ਨੂੰ ਉਚਾਰਨ ਕੀਤਾ ਜਾ ਸਕਦਾ ਹੈ, ਵਾਹਿਗੁਰੂ ਵੀ ਤੇ ਵਾਹਿਗੁਰੂ ਵੀ। ਤਾਂ ਇਹਦੇ 'ਚ ਕੋਈ ਬਹੁਤਾ ਕਨਫਿਊਜ਼ਨ ਨਹੀਂ ਹੋਣਾ ਚਾਹੀਦਾ। ਇੱਕ ਗੱਲ ਉਹਨਾਂ ਨੇ ਬੜੀ ਵਧੀਆ ਦੱਸੀ ਹੈ ਕਿ ਬੋਲੀਆਂ ਦੇ ਵਿੱਚ ਨਵੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਔਰ ਕਿਸੇ ਵੀ ਜਿਹੜੀ ਬੋਲੀ ਜੀਵਤ ਹੈ ਉਹਦੇ ਵਿੱਚ ਤਬਦੀਲੀ ਆਉਣੀ ਸਹਿਵਨ ਹੈ, ਖੜੋਤ ਨਹੀਂ ਹੋਣੀ ਚਾਹੀਦੀ। ਤੇ ਸਾਡੀ ਪੰਜਾਬੀ ਦੇਖੋ, ਪੰਜਾਬੀ ਦਾ ਤੇ ਹਾਜ਼ਮਾ ਹੀ ਬੜਾ ਤੇਜ਼ ਹੈ। ਬਹੁਤ ਸਾਰੇ ਜਿਹੜੇ ਦੂਸਰੀਆਂ ਬੋਲੀਆਂ ਦੇ ਅੱਖਰ ਇਹਨਾਂ ਨੇ ਲੈ ਲਏ ਨੇ। ਤੇ ਇੰਗਲਿਸ਼ ਦੇ ਅੱਖਰ ਦੇਖੋ ਜੀ, ਕੈਮਰਾ ਹੈ, ਸਟੇਸ਼ਨ ਹੈ, ਰੇਡੀਓ ਹੈ, ਸਾਰੇ ਉਹ ਨੇ। ਪਰ ਸਕੂਲ ਹੈ ਤਾਂ ਸਾਰੇ ਇੰਗਲਿਸ਼ ਵਰਡ ਨੇ। ਪਰ ਸਾਡੇ ਬਿਲਕੁਲ ਵਿੱਚ ਹੁਣ ਇਹ ਪੰਜਾਬੀ ਦੇ ਵਰਡ ਹੀ ਬਣ ਗਏ ਨੇ, ਉਸੇ ਤਰ੍ਹਾਂ ਉਹਨਾਂ ਨੂੰ ਯੂਜ਼ ਕਰਦੇ ਆ। ਆਪਾਂ ਸਕੂਲ ਨੂੰ ਵਿਦਿਆਲਾ ਘੱਟ ਕਹਿੰਦੇ ਆ ਤੇ ਸਕੂਲ ਜ਼ਿਆਦਾ ਕਹਿੰਦੇ। ਤੇ ਇਸ ਕਰਕੇ ਇਹ ਕੋਈ ਐਸੀ ਗੱਲ ਨਹੀਂ ਹੈ। ਤੇ ਖੈਰ ਜਿਹੜਾ ਸਵਾਲ ਸੀ ਸਵਾਲ ਕਰਤਾ ਦਾ ਉਹ ਵੀਰ MP ਸਿੰਘ ਜੀ ਨੇ
ਉਹਦਾ ਬੜਾ ਸਪਸ਼ਟ ਉੱਤਰ ਦਿੱਤਾ ਹੈ। ਮੈਨੂੰ ਬਿਲਕੁਲ ਉਮੀਦ ਹੈ ਕਿ ਇਹਦੇ ਨਾਲ ਉਹਨਾਂ ਦੀ ਜ਼ਰੂਰ ਤਸੱਲੀ ਹੋਈ ਹੈ। ਹਾਂਜੀ, ਫਿਰ ਵੀ ਕੋਈ ਕਿਸੇ ਦੀ ਇਨਪੁਟ ਹੋਏਗੀ ਤੇ ਵੈਲਕਮ। ਧੰਨਵਾਦ MP ਸਿੰਘ ਜੀ। ਤੇ ਸੰਗਤ ਜੀ, ਜਿਹੜਾ ਅਗਲਾ ਸਵਾਲ ਹੈ, ਉਹ ਸਵਾਲਕਰਤਾ ਨੇ ਪੁੱਛਿਆ ਵੀ ਜਿਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਇਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਖਾਲੀ ਕਰ ਦਿੱਤਾ ਸੀਗਾ, ਤਾਂ ਉਸ ਤੋਂ ਬਾਅਦ ਮੁੜ ਕੇ, ਕਿਉਂਕਿ ਪਾਤਸ਼ਾਹ ਨੇ ਜਿਸ ਵੇਲੇ ਭੀੜ ਬਣੀ ਹੈ 1704 ਦੇ ਵਿੱਚ ਕਿਲ੍ਹਾ ਖਾਲੀ ਕੀਤਾ, ਤੇ ਉਸ ਤੋਂ ਬਾਅਦ ਕਹਿੰਦੇ ਸਿੰਘਾਂ ਦਾ ਮੁੜ ਕੇ ਕਿਵੇਂ ਕਬਜ਼ਾ ਹੋਇਆ, ਕਿਵੇਂ ਅਨੰਦਪੁਰ ਸਾਹਿਬ ਵਗੈਰਾ ਦੁਬਾਰਾ ਜਿਹੜਾ ਉਹ ਵਸੋਂ ਜਿਹੜੀ ਹੈ ਉਹ ਸ਼ੁਰੂ ਹੋਈ। ਇਹ ਸਵਾਲ ਸੀ ਅਜੀਤ ਸਿੰਘ ਜੀ ਦਾ, ਤੇ ਉੱਤਰ ਦੇ ਰਹੇ ਨੇ ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਜਿਸ ਤਰ੍ਹਾਂ ਕੀ ਸਵਾਲ ਦੱਸਿਆ ਹੈ ਕਿ ਕਲਗੀਧਰ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਖਾਲੀ ਕਰਨ ਤੋਂ ਬਾਅਦ ਕਿਸ ਤਰ੍ਹਾਂ ਸਿੱਖਾਂ ਨੇ ਫਿਰ ਤੋਂ ਕਬਜ਼ਾ ਕੀਤਾ, ਤੇ ਜਦੋਂ ਗੁਰੂ ਜੀ 1704 ਵਿੱਚ ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ, ਇਸ ਤੋਂ ਬਾਅਦ ਦਾ ਜੋ ਇਤਿਹਾਸ ਹੈ ਲਿਖਿਆ ਹੋਇਆ ਕਿੱਥੇ ਠੀਕ ਤਰ੍ਹਾਂ ਸਾਨੂੰ ਮਿਲਦਾ ਨਹੀਂ ਹੈ। ਬਾਬਾ ਸੂਰਜਮਲ ਜੋ ਕਿ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ, ਉਹਨਾਂ ਦੀ ਸੰਤਾਨ ਜੋ ਕਿ ਸੋਢੀ ਕਹਾਉਂਦੇ ਸਨ, ਉਹਨਾਂ ਉੱਥੇ ਦੇ ਰਾਜਿਆਂ ਦੇ ਨਾਲ ਮਿਲ ਕੇ ਸਮਝੌਤਾ ਕਰਕੇ ਅਨੰਦਪੁਰ ਸਾਹਿਬ ਵਾਲੀ ਉਹ ਜਗ੍ਹਾ ਖਰੀਦ ਕੇ ਤੇ ਉਸ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣੇ ਡੇਰੇ ਸਥਾਪਿਤ ਕਰ ਲਏ। ਗੁਰੂ ਧਾਮਾਂ ਦੀ ਦੇਖਭਾਲ ਸ਼ੁਰੂ ਕਰ ਦਿੱਤੀ, ਜੋ ਵੀ ਨਿਸ਼ਾਨੀਆਂ ਸਨ ਉਹ ਸੰਭਾਲੀਆਂ, ਤੇ ਉੱਥੇ ਪੂਜਾ ਪ੍ਰਤਿਸ਼ਠਾਨ ਸ਼ੁਰੂ ਹੋ ਗਈ। ਫਿਰ ਉਹਨਾਂ ਦੀ ਆਪਣੀ ਗੱਦੀ ਵੀ, ਜਿਸਨੂੰ ਮੰਜੀ ਕਹਿੰਦੇ ਨੇ, ਚੱਲਣੀ ਸ਼ੁਰੂ ਹੋ ਗਈ। ਉਹ ਅਨੰਦਪੁਰ ਵਾਲੇ ਸੋਢੀ ਅਖਵਾਉਂਦੇ ਹਨ। ਉੱਥੇ ਸੋਢੀਆਂ ਦੀਆਂ ਸਰਕਾਰਾਂ ਬਣੀਆਂ, ਵੱਡੀ ਸਰਕਾਰ, ਛੋਟੀ ਸਰਕਾਰ, ਕਈ 4 ਸਰਕਾਰਾਂ ਵੀ ਕਹਿੰਦੇ ਹਨ, ਜੋ ਅੱਜ ਤੱਕ ਚਲਦੀਆਂ ਪਈਆਂ ਹਨ। ਉੱਥੋਂ 2-3 ਪੁਰਾਣੀਆਂ ਹਵੇਲੀਆਂ, ਉੱਥੋਂ ਦੀਆਂ 2-3 ਪੁਰਾਣੀਆਂ ਹਵੇਲੀਆਂ ਜਿਹੜੀਆਂ ਹਨ ਉਹ ਅਜੇ ਤੱਕ ਉੱਥੇ ਮੌਜੂਦ ਹਨ, ਜਿੱਥੇ ਇਹਨਾਂ ਦੇ ਦਰਬਾਰ ਅੱਜ ਵੀ ਲੱਗਦੇ ਹਨ। ਆਸ-ਪਾਸ ਦੀ ਸੰਗਤ ਅੰਨ ਪਾਣੀ ਹੋਰ ਭੇਟਾਵਾਂ ਭੇਟ ਕਰਦੇ ਰਹਿੰਦੇ ਹਨ, ਤੇ ਅਨੰਦਪੁਰ ਸਾਹਿਬ ਵਿੱਚ ਅੱਜ ਵੀ ਬਾਬਾ ਸੂਰਜਮਲ ਦੀ ਅੰਸ਼-ਬੰਸ਼ ਸੋਢੀਆਂ ਦੀ ਸਰਕਾਰ ਨਾਮ ਨਾਲ ਹੀ ਜਾਣੀ ਜਾਂਦੀ ਹੈ। ਉਹਨਾਂ ਦੀਆਂ ਗੱਦੀਆਂ ਅੱਜ ਵੀ ਕਾਇਮ ਹਨ, ਤੇ ਆਪਣੀ ਗੱਦੀ ਕਾਇਮ ਰੱਖਣ ਲਈ ਜਿਹੜਾ ਸ਼ਾਸਕ ਆਉਂਦਾ ਸੀ ਉਸ ਦੀ ਅਧੀਨਗੀ ਉਹ ਸਵੀਕਾਰ ਕਰ ਲੈਂਦੇ ਸਨ, ਤਾਂ ਜੋ ਉਹਨਾਂ ਦੀ ਗੱਦੀ ਚਲਦੀ ਰਵੇ। ਜੋ ਸਿੱਖੀ ਤੋਂ ਬਾਗੀ ਹੋ ਜਾਂਦੇ ਸਨ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਸਨ, ਤੇ ਸੋਢੀਆਂ ਨੇ ਹੀ ਰਾਜ ਕੀਤਾ ਜਦੋਂ ਤੱਕ ਇਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਨਹੀਂ ਆਇਆ। ਫਿਰ ਜਦੋਂ ਸੁਧਾਰ ਲਹਿਰ ਚੱਲੀ ਤੇ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਸ਼ਿਰੋਮਣੀ ਕਮੇਟੀ ਕੋਲ ਚਲਾ ਗਿਆ। ਇੰਨੀ ਹੀ ਜਾਣਕਾਰੀ ਹਾਸਿਲ ਕਰ ਸਕੇ ਹਾਂ। ਸੋ ਜਿਸ ਕੋਲ ਕੋਈ ਹੋਰ ਜਾਣਕਾਰੀ ਹੋਵੇ ਤੇ ਜਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ ਉੱਤਰ ਦੱਸਣ ਲਈ। ਤਾਂ ਸੰਗਤ ਜੀ, ਗੱਲ ਇਹ ਹੈ ਵੀ ਭਾਵੇਂ ਗੁਰੂ ਸਾਹਿਬ ਤੋਂ ਜਿਹੜੇ ਬੇਮੁਖ ਵੀ ਹੋ ਗਏ ਸੀਗੇ, ਜਿਵੇਂ ਕਿ ਮੀੜੇ ਬਸੰਤ ਦੀ ਗੱਲ ਚੱਲਦੀ ਹੈ, ਤੇ ਉਹਨਾਂ ਨੂੰ ਗੁਰੂ ਘਰ ਤੋਂ ਤੇ ਉਹਨਾਂ ਨੇ ਛੇਕ ਦਿੱਤਾ, ਪਰੰਤੂ ਆਮ ਸੰਗਤਾਂ ਦੇ ਮਨ ਵਿੱਚ ਫਿਰ ਵੀ ਗੁਰੂ ਪੁੱਤਰ ਹੋਣ ਕਰਕੇ, ਸੰਤਾਨ ਹੋਣ ਕਰਕੇ ਉਹਨਾਂ ਦੇ ਮਨ 'ਚ ਸ਼ਰਧਾ, ਔਰ ਅਜੇ ਵੀ ਇਹਨਾਂ ਦੇ ਡੇਰੇ ਜਿਹੜੇ ਨੇ ਬੜੀਆਂ ਥਾਂ ਤੇ ਚੱਲਦੇ ਨੇ। ਤੇ ਜਿਵੇਂ ਪੰਜਾਬ ਵਿੱਚ ਕਰਤਾਰਪੁਰ ਜਿਹੜਾ ਹੈਗਾ ਜਲੰਧਰ ਦੇ ਨੇੜੇ, ਉੱਥੇ ਵੀ ਇਹਨਾਂ ਸੋਢੀਆਂ ਦੇ ਜਿਹੜੇ ਡੇਰੇ ਨੇ ਉਹ ਚੱਲਦੇ ਨੇ, ਔਰ ਬੜੀਆਂ ਸੰਗਤਾਂ ਉੱਥੇ ਜਾਂਦੀਆਂ ਨੇ। ਉਹਨਾਂ ਨੇ ਤੇ ਨਾਲ ਖੈਰ ਪਰੇ ਹੁਣ ਹਿਮਾਚਲ 'ਚ ਆ ਗਿਆ ਕਿਸ ਵੇਲੇ, ਤੇ ਕਿਸੇ ਵੇਲੇ ਪੰਜਾਬ 'ਚ ਹੁੰਦੇ, ਅੱਜ ਕੱਲ੍ਹ ਹਿਮਾਚਲ 'ਚ ਹੈ, ਜਿੱਥੇ ਹੋਲੀਆਂ ਦੇ ਦਿਨਾਂ 'ਚ ਉਹ ਡੇਰਾ ਵਡਭਾਗ ਸਿੰਘ ਜਿਹੜਾ, ਉੱਥੇ ਬੜੀਆਂ ਹੀ ਮਤਲਬ ਲੋਕੀ ਜਾਂਦੇ ਨੇ। ਉਹਦੇ ਨਾਲ ਕਈ ਚੀਜ਼ਾਂ ਕਿ ਇਸ ਪਲੇਟਫਾਰਮ ਤੇ ਡਿਸਕਸ ਵੀ ਹੋ ਚੁੱਕਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਵਹਿਮ ਪਿਆ ਵੀ ਉੱਥੇ ਜਾ ਕੇ ਸਾਡਾ ਇਹ ਜਿਹੜਾ ਕੋਈ ਮੈਂਟਲ ਸਟੇਟ ਹੈ ਠੀਕ ਹੋ ਜਾਏਗੀ। ਖੈਰ ਉੱਧਰ ਆਪਾਂ ਨਹੀਂ ਜਾਂਦੇ। ਕਹਿਣ ਦਾ ਮਤਲਬ ਇਹ ਹੈ ਕਿ ਉਹ ਗੁਰੂ ਡੰਮ ਤੇ ਚੱਲਦੇ ਨੇ, ਪਰ ਸਾਨੂੰ ਲੋੜ ਹੈ ਇਸ ਗੱਲ ਦੀ ਸੰਗਤਾਂ ਨੂੰ ਅਗਾਹ ਕਰਨ ਦੀ, ਤੇ ਆਪ ਵੀ ਖਬਰਦਾਰ ਹੋਣ ਦੀ ਕਿ ਅਸੀਂ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਕਿਸੇ ਦੇ ਲੜ ਆਪਾਂ ਨਹੀਂ ਲੱਗਣੇ। ਸਾਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ। ਤਾਂ ਇਹ ਲੋਕ ਜਿਹੜੇ ਨੇ, ਇਹਨਾਂ ਨੇ ਤੇ ਇਹ ਚੱਲਦਾ ਰਹਿਣਾ, ਕਿਉਂਕਿ ਉਹਨਾਂ ਨੇ ਆਪਣਾ, ਉਹਨਾਂ ਦਾ ਹਲਵਾ ਮਾਂਡਾ ਬਣਦਾ, ਤੇ ਉਹ ਲੋਕਾਂ ਦੀ ਸ਼ਰਧਾ ਜਿਹੜੀ ਉਹ ਆਪ ਹੀ ਬਣਾਈ ਰੱਖਦੇ ਨੇ। ਤਾਂ ਖੈਰ ਤੇ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਤੇ ਜਿਹੜਾ ਸੰਗਤ ਜੀ ਅਗਲਾ ਸਵਾਲ ਹੈ ਉਹ ਗੁਰਬਾਣੀ ਦੀ ਤੁਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 637 ਤੇ।
ਤੇ ਸਵਾਲ ਕੀਤਾ ਸੀ ਡਾਕਟਰ ਸਤਪਾਲ ਸਿੰਘ ਜੀ ਨੇ। ਬਾਣੀ ਦੀ ਤੁਕ ਮੈਂ ਪੜ੍ਹ ਦੇਣਾ ਕਿ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਇਹਦੇ ਅਰਥ ਪੁੱਛੇ ਨੇ ਡਾਕਟਰ ਸਤਪਾਲ ਸਿੰਘ ਜੀ ਨੇ। ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ, ਆਪ ਜੀ ਇਸ ਤੁਕ ਦੇ ਅਰਥ ਸਾਨੂੰ ਸਮਝਾ ਦਿਓ। ਸਰ ਕਿੱਕਰ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜੋ ਸਵਾਲ ਪੁੱਛਿਆ ਗਿਆ ਹੈ, ਵੀਰ ਜੀ ਨੇ ਇੱਕ ਪੰਕਤੀ ਉਚਾਰਨ ਕਰਕੇ ਦੱਸ ਦਿੱਤੀ ਹੈ। ਤੇ ਇਹ ਜੋ ਪਾਠ ਹੈ, ਅਸ਼ਟਪਦੀਆਂ ਦੇ ਵਿੱਚੋਂ ਇੱਕ ਪੰਕਤੀ ਪੁੱਛੀ ਗਈ ਹੈ। ਤੇ ਸੋਰਠ ਰਾਗ ਦੇ ਵਿੱਚ ਮਹਲਾ ਤੀਜਾ ਦੀ ਬਾਣੀ ਹੈ, ਘਰ ਪਹਿਲਾ ਤੇ ਤੁਕੀ। ਤੇ ਤੁਕੀ ਤੋਂ ਭਾਵ 3 ਤੁਕਾਂ ਵਾਲੀ ਇਹ ਬਾਣੀ ਹੈ। ਤੇ ਮੈਂ ਇਹ ਸਮਝਦਾ ਵੀ ਕੇਵਲ ਇੱਕ ਪੰਕਤੀ ਦਾ ਅਰਥ ਭਾਵ ਕਰਨ ਨਾਲ ਇਹ ਨਹੀਂ ਪਤਾ ਲੱਗਦਾ ਕਿ ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਆ ਜਾਂ ਕੀ ਕਹਿਣਾ ਚਾਹੁੰਦੇ ਆ। ਵੈਸੇ ਤਾਂ ਹੁਣ ਅਸ਼ਟਪਦੀ ਦੇ ਵਿੱਚ 8 ਪਦੇ ਹੁੰਦੇ ਆ, ਲੇਕਿਨ ਆਪਾਂ ਇੰਨਾ ਸਮਾਂ ਨਹੀਂ ਹੈ। ਪਰ ਜਿਹੜੀਆਂ ਉਸ ਤੋਂ ਪਹਿਲਾਂ 2 ਪਦੇ ਆਏ ਆ, ਮੈਂ ਸਮਝਦਾ ਵੀ ਉਹਨਾਂ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ। ਸੋ ਪਹਿਲਾਂ ਆਪਾਂ ਪਾਠ ਕਰ ਲਈਏ ਜੀ। ਸੋਰਠ ਮਹਿਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਧੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਾਣ ਤੁਧ ਰਾਖ ਲਈਏ ਹਰ ਜੀਓ। ਹਰਨਾਕਸ਼ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ। ਮਨ ਮੁਖ ਭਰਮ ਭੁਲਾਇਆ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ ਰਹਾਓ। ਭਗਤਾਂ ਨੂੰ ਜਮ ਜੋ ਨ ਸਾਕੈ, ਕਾਲ ਨ ਨੇੜੇ ਜਾਈ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਹੁਣ ਜਿਹੜਾ ਪਦਾ ਆਪਾਂ ਪੜ੍ਹ ਰਹੇ ਹਾਂ ਜੀ, ਇਹਦੇ ਵਿੱਚ ਉਹ ਪੰਕਤੀ ਆਉਂਦੀ ਹੈ ਤੀਜੇ ਪਦੇ ਦੇ ਵਿੱਚ, ਮਨ ਮੁਖਾਂ ਨੂੰ ਪ੍ਰਤੀਤ ਨ ਆਵੇ, ਅੰਤਰ ਲੋਭ ਸੁਆਓ। ਗੁਰਮੁਖ ਹਿਰਦੈ ਸ਼ਬਦ ਨ ਭੇਦਿਓ, ਹਰ ਨਾਮ ਨ ਲਾਗਾ ਭਾਓ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਲਾਓ। ਸੋ ਕੇਵਲ ਜਿਹੜੀ ਵਿਚਾਰ ਹੈ ਉਹ ਆਪਾਂ ਤੀਜੇ ਪਦੇ ਦੀ ਹੀ ਕਰਾਂਗੇ। ਤੇ ਇਸ ਅਸ਼ਟਪਦੀ ਦੇ ਵਿੱਚ ਗੁਰੂ ਸਾਹਿਬ ਗੁਰਮੁਖਾਂ ਅਤੇ ਜੋ ਮਨਮੁਖ ਹੈ ਉਹਨਾਂ ਦੀ ਜੋ ਸਟੱਡੀ ਹੈ, ਗੁਰਮੁਖ ਕੌਣ ਹੈ ਤੇ ਮਨਮੁਖ ਕੌਣ ਹੈ, ਜਿਹੜੇ ਗੁਰਮੁਖ ਹੈ ਉਹਨਾਂ ਦੀ ਕਿਵੇਂ ਰੱਖਿਆ ਹੁੰਦੀ ਹੈ, ਤੇ ਜਿਹੜੇ ਮਨਮੁਖ ਹੈ ਉਹਨਾਂ ਨਾਲ ਕੀ ਬੀਤਦੀ ਹੈ, ਬਰਾਬਰ ਕੰਪੈਰੇਟਿਵ ਸਟੱਡੀ ਗੁਰੂ ਸਾਹਿਬ ਸਮਝਾਉਂਦੇ ਆ। ਹੁਣ ਇਸ ਪਦੇ ਦੇ ਵਿੱਚ ਮਨਮੁਖਾਂ ਦੀ ਵਾਰੀ ਆ ਗਈ ਹੈ। ਗੁਰਮੁਖਾਂ ਦੀ ਪਹਿਲਾਂ ਹੋ ਗਈ ਹੈ, ਜਿਵੇਂ ਭਗਤਾਂ ਨੂੰ ਜਮ ਜੋ ਨਾ ਸਾਕੇ, ਉਹ ਦੂਜੇ ਪਦੇ ਦੇ ਵਿੱਚ ਆ ਗਿਆ। ਪਰ ਤੀਜੇ ਪਦੇ ਦੇ ਵਿੱਚ ਮਨਮੁਖਾਂ ਦੀ ਵਾਰੀ ਆ ਗਈ ਹੈ। ਮਨਮੁਖਾਂ ਨੂੰ ਪ੍ਰਤੀਤ ਨਾ ਆਵੇ, ਜਿਹੜੇ ਮਨਮੁਖ ਹੈ ਉਹਨਾਂ ਨੂੰ ਮਾਲਕ ਦੇ ਉੱਤੇ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਬਣਦਾ ਹੈ। ਅੰਤਰ ਲੋਭ ਸੁਭਾਓ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਲੋਭ ਹਮੇਸ਼ਾ ਟਿਕਿਆ ਰਹਿੰਦਾ, ਲੋਭ ਬਣਿਆ ਰਹਿੰਦਾ। ਉਹਨਾਂ ਦਾ ਜਿਹੜਾ ਮਨੋਰਥ ਹੈ ਕੇਵਲ ਉਹ ਲੋਭ ਹੈ। ਇਸ ਕਰਕੇ ਉਹਨਾਂ ਨੂੰ ਗੁਰੂ ਤੇ ਪਰਮਾਤਮਾ ਤੇ ਭਰੋਸਾ ਨਹੀਂ ਬਣਦਾ ਹੈ। ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ, ਜਦੋਂ ਉਹਨਾਂ ਦੇ ਅੰਦਰ ਲੋਭ ਟਿਕਿਆ ਰਹਿੰਦਾ ਹੈ ਤੇ ਉਹ ਗੁਰੂ ਦੇ ਸਨਮੁਖ ਹੋ ਕੇ ਜਿਹੜਾ ਉਹਨਾਂ ਦਾ ਹਿਰਦਾ ਹੈ ਉਹ ਸ਼ਬਦ ਰੂਪੀ ਤੀਰ ਵਿੰਨ੍ਹਦਾ ਨਹੀਂ ਹੈ, ਕਿਉਂਕਿ ਉਹਨਾਂ ਦਾ ਧਿਆਨ ਤਾਂ ਸਾਰਾ ਦਿਨ ਲਾਲਚ ਵਿੱਚ ਹੁੰਦਾ, ਪਰ ਉਹ ਗੁਰੂ ਦੀ ਸ਼ਰਨ ਪੈਂਦੇ ਹੀ ਨਹੀਂ। ਗੁਰੂ ਦੀ ਸ਼ਰਨ ਪੈਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਬਦ ਰੂਪੀ ਤੀਰ ਲੱਗੇ ਨਾ। ਇਸ ਕਰਕੇ ਗੁਰਮੁਖ ਹਿਰਦੇ ਸ਼ਬਦ ਨਾ ਭੇਜੋ, ਉਹਨਾਂ ਦੇ ਹਿਰਦੇ ਨੂੰ ਜਿਹੜਾ ਸ਼ਬਦ ਰੂਪੀ ਤੀਰ ਹੈ ਉਹ ਨਹੀਂ ਵਿੰਨ੍ਹਦਾ ਹੈ, ਉਹ ਨਹੀਂ ਲੱਗਦਾ ਹੈ। ਮੈਂ ਇੱਥੇ ਇਹ ਵੀ ਦੱਸ ਦਿਆਂ ਵੀ ਜਿਹੜੀ ਦਰਪਣ ਹੈ, ਜਿਨ੍ਹਾਂ ਕੋਲੇ ਵੀਰਾਂ ਕੋਲੇ ਦਰਪਣ ਹੋਣਾ,
ਉੱਥੇ ਉਹਨਾਂ ਨੇ ਨਾਵਾਚਕ ਨੂੰ ਪੋਜ਼ਿਟਿਵ ਭਾਵ ਨੇ ਲਿਖਿਆ। ਗੁਰਮੁਖ ਹਿਰਦੈ ਸ਼ਬਦ ਨੇ ਭੇਜਿਓ, ਸ਼ਬਦ ਨੇ ਭੇਜਿਓ ਜਿਹੜਾ ਅਰਥ ਫਿਰ ਬਿਲਕੁਲ ਉਲਟ ਹੋ ਜਾਏਗਾ। ਉਹ ਆਪਣੇ ਗੁਰਬਾਣੀ ਪਾਠ ਠੀਕ ਕਰ ਲੈਣ ਜਿਨ੍ਹਾਂ ਕੋਲੇ ਪ੍ਰੋਫੈਸਰ ਸਾਹਿਬ ਸਿੰਘ ਦਾ ਦਰਪਣ ਹੈ। ਇਹ ਜਾਣਕਾਰੀ ਤੁਹਾਨੂੰ ਦੇ ਦਈਏ ਜੀ। ਤੇ ਲੇਕਿਨ ਜਿਹੜਾ ਮੂਲ ਪਾਠ ਹੈ ਉਹ ਨਾਵਾਚਕ ਹੈ। ਸ਼ਬਦ ਨਾ ਭੇਜਿਓ, ਹਰ ਨਾਮ ਨਾ ਲਾਗਾ ਭਾਓ। ਨਾ ਹੀ ਉਹਨਾਂ ਦਾ ਪਰਮਾਤਮਾ ਦੇ ਨਾਮ ਵਿੱਚ ਪ੍ਰੇਮ ਲੱਗਦਾ ਹੈ, ਭਾਵ ਪ੍ਰੇਮ ਵੀ ਪਰਮਾਤਮਾ ਦੇ ਨਾਮ ਵਿੱਚ ਨਹੀਂ ਬਣਦਾ ਹੈ। ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਪਰਮਾਤਮਾ ਦੇ ਨਾਮ ਵਿੱਚ ਨਾ ਲਾਗਾ ਭਾਓ, ਉਹਨਾਂ ਦਾ ਪ੍ਰੇਮ ਵੀ ਨਹੀਂ ਲੱਗਦਾ ਹੈ। ਕੂੜ ਕਪਟ ਪਾਜ ਲਹਿ ਜਾਸੀ, ਤੇ ਅੰਤ ਨੂੰ ਕੂੜ ਦਾ ਪਾਜ, ਕਪਟ ਦਾ ਪਾਜ ਭਾਵ ਮਲਮਾ। ਜਿਵੇਂ ਅਸੀਂ ਕਿਸੇ ਬਰਤਨ ਨੂੰ ਬਾਹਰੋਂ ਪਾਲਿਸ਼ ਕਰਵਾ ਲੈਂਦੇ ਹਾਂ, ਨਿਕਲ ਕਰਵਾ ਲੈਂਦੇ ਹਾਂ, ਜਾਂ ਪੁਰਾਣੇ ਸਮਿਆਂ ਦੇ ਵਿੱਚ ਬਰਤਨਾਂ ਨੂੰ ਕਲੀ ਕਰਵਾ ਕੇ ਨਾ ਉਹਨੂੰ ਕਹਿੰਦੇ ਸੀ ਪਾਜ। ਤੇ ਕੂੜ ਕਪਟ ਪਾਜ ਲਹਿ ਜਾਸੀ, ਅਖੀਰ ਨੂੰ ਉਹਨਾਂ ਦੇ ਜਿਹੜਾ ਕੂੜ ਹੈ ਉਹਨਾਂ ਦੇ ਅੰਦਰ ਕਪਟ ਹੈ, ਉਹਦਾ ਜਿਹੜਾ ਪਾਜ ਹੈ ਮਲਮਾ ਹੈ ਉਹ ਲਹਿ ਜਾਵੇਗਾ। ਮਨਮੁਖ ਫੀਕਾ ਅਲਾਓ, ਇਸ ਤੋਂ ਇਲਾਵਾ ਜਿਹੜੇ ਮਨਮੁਖ ਹੈ ਉਹਨਾਂ ਦੀ ਬੋਲਬਾਣੀ, ਉਹਨਾਂ ਦੀ ਬੋਲ ਚਾਲ ਉਹ ਵੀ ਫਿੱਕੀ ਹੁੰਦੀ ਹੈ ਤੇ ਰੁੱਖੀ ਹੁੰਦੀ ਹੈ। ਇਸ ਕਰਕੇ ਕਦੇ ਵੀ ਉਹਨਾਂ ਦਾ ਜਿਹੜਾ ਸ਼ਬਦ ਰੂਪੀ ਤੀਰ ਉਹਨਾਂ ਦੇ ਹਿਰਦੇ ਵਿੱਚ ਨਹੀਂ ਲੱਗਦਾ ਹੈ, ਅਤੇ ਨਾ ਹੀ ਉਹ ਗੁਰੂ ਦੀ ਸ਼ਰਨ ਪੈਂਦੇ ਹਨ। ਗੁਰੂ ਦੀ ਸ਼ਰਨ ਪੈਣ ਤਾਂ ਹੀ ਸ਼ਬਦ ਉਹਨਾਂ ਦੇ ਹਿਰਦੇ ਰੂਪੀ ਤੀਰ ਨੂੰ ਵਿੰਨ ਸਕਦਾ ਹੈ। ਸੋ ਵਿਚਾਰ ਕਰਦੇ ਹਾਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ, ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਸੰਗਤ ਜੀ, ਗੁਰਬਾਣੀ ਕਰਤਾ ਜਿਹੜੇ ਸਨ ਉਹਨਾਂ ਨੇ ਕਿੰਨੇ ਹੀ ਬੜੇ ਹੀ ਬਹੁਤ ਵਿਦਤਾ ਭਰਪੂਰ ਜਿਹੜੀਆਂ ਚੀਜ਼ਾਂ ਸਾਨੂੰ ਸੰਗਤ ਨੂੰ ਦੱਸਣ ਲਈ ਲਿਖੀਆਂ ਨੇ। ਤੋ ਜਿਵੇਂ ਇਸ ਅਸ਼ਟਪਦੀ ਵਿੱਚ ਵੀਰ ਜੀ ਨੇ ਦੱਸਿਆ ਕਿ ਗੁਰਮੁਖ ਤੇ ਮਨਮੁਖ ਉਹਨਾਂ ਦੀ ਕੰਪੈਰੀਟਿਵ ਸਟੱਡੀ ਹੈ। ਦੇਖੋ ਇੱਕ ਬੜੀ ਵੱਡੀ ਇਹ ਗੱਲ ਹੈ ਕਿ ਸਾਨੂੰ ਇੱਕ ਸ਼ਬਦ ਦੇ ਵਿੱਚ ਪਤਾ ਲੱਗਦਾ ਵੀ ਗੁਰੂ ਦੇ ਰਸਤੇ ਤੇ ਚੱਲਣ ਵਾਲੇ ਨੂੰ ਕੀ ਹੈ ਤੇ ਆਪਣੇ ਮਨ ਪਿੱਛੇ ਤੁਰਨ ਵਾਲੇ ਨੂੰ ਕੀ ਹੈ। ਤੋ ਇਹ ਜਿਹੜਾ ਸਾਨੂੰ ਸਵਾਲ ਆਇਆ ਸੀ ਉਹ ਤੁਕ ਜਿਹੜੀ ਹੈ ਉਹ ਮਨਮੁਖ ਬਾਰੇ ਹੈ, ਔਰ ਵੀਰ ਜੀ ਨੇ ਉਹਦੇ ਪੂਰੀ ਸਾਨੂੰ ਅਰਥ ਕਰਕੇ ਸਮਝਾਏ ਨੇ। ਉਹਨਾਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਡਾਕਟਰ ਸਤਪਾਲ ਸਿੰਘ ਜੀ ਤੇ ਬਾਕੀ ਸੰਗਤ ਵੀ, ਤੋ ਆਪ ਜੀ ਨੂੰ ਇਹ ਜੋ ਉੱਤਰ ਹੈ ਇਸ ਦਾ ਮਿਲ ਗਿਆ। ਤੇ ਇਸੇ ਤਰ੍ਹਾਂ ਕਿਰਪਾ ਕਰੋ ਜਿੱਥੇ ਵੀ ਕੋਈ ਸੰਗਤ ਜੀ ਆਪਾਂ ਨੂੰ ਕਨਫਿਊਜ਼ਨ ਆਵੇ ਪਾਠ ਕਰਨ ਲੱਗਿਆ ਜਾਂ ਕੋਈ ਕੀਰਤਨ ਸੁਣਨ ਲੱਗਿਆ ਤਾਂ ਉਸੇ ਵੇਲੇ ਨੋਟ ਕਰ ਲਿਆ ਜਾਏ, ਤਾਂ ਉਹ ਤੁਸੀਂ ਪੈਨਲ ਨੂੰ ਭੇਜੋ, ਫਿਰ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਦਾ ਕਿ ਉਹਦੇ ਕੀ ਅਰਥ ਵਿਦਵਾਨਾਂ ਨੇ ਕੀਤੇ ਨੇ ਤੁਹਾਡੇ ਸਾਹਮਣੇ ਰੱਖੀ। ਤੋ ਕਿੱਕਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਜਿਹੜਾ ਅਗਲਾ ਸਾਡੇ ਕੋਲ ਸਵਾਲ ਹੈ, ਸਵਾਲ ਤਾਂ ਬੜਾ ਸਿੰਪਲ ਜਿਹਾ ਪਰ ਉਹਦੀ ਵਿਚਾਰ ਮੰਗਦਾ ਹੈ ਤੇ ਉਹ ਆਪਾਂ ਵਿਚਾਰ ਕਰਾਂਗੇ। ਸਵਾਲ ਹੈਗਾ ਵੀ ਜਿਸ ਵੇਲੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਅਸੀਂ ਸਮਾਜਿਕ ਤੌਰ ਤੇ ਜਿੰਨਾ ਕਿਸੇ ਨਾਲ ਕੋਈ ਵਾਕਫੀਤ ਹੁੰਦੀ ਹੈ, ਕੋਈ ਹੋਰ ਐਸੇ ਸੰਬੰਧ ਹੁੰਦੇ ਨੇ, ਤਾਂ ਉਹ ਪ੍ਰਾਣੀ ਦੇ ਘਰ ਜਾ ਕੇ ਉਹਨਾਂ ਦੇ ਜਿਹੜੇ ਘਰ ਦੇ ਨੇ ਉਹਨਾਂ ਕੋਲ ਜਾ ਕੇ ਉਹ ਲਫ਼ਜ਼ ਵਰਤਿਆ ਵੀ ਅਫਸੋਸ ਕਰਨ ਜਾਂਦੇ ਨੇ। ਇਹ ਮਤਲਬ ਆਮ ਤੌਰ ਤੇ ਪ੍ਰਚਲਿਤ ਵੀ ਅਫਸੋਸ ਕਰਨ, ਉਹਦਾ ਅਫਸੋਸ ਕਰਨ ਚੱਲੇ। ਤਾਂ ਉੱਥੇ ਜਾ ਕੇ ਕੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ, ਇਹ ਸਵਾਲ ਸਾਨੂੰ ਪੁੱਛਿਆ ਸਮਨਜੀਤ ਸਿੰਘ ਖਾਲਸਾ ਨੇ। ਤਾਂ ਮੈਂ ਬੇਨਤੀ ਕਰ ਰਿਹਾ ਵੀਰਿੰਦਰਬੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਦੱਸੋ ਕਿ ਕੋਈ ਖਾਸ ਸ਼ਬਦਾਵਲੀ ਦਾ ਧਿਆਨ ਰੱਖਣ ਦੀ ਲੋੜ ਹੈ, ਤਾਂ ਇਹਦਾ ਸਾਨੂੰ ਕਿਰਪਾ ਕਰਕੇ ਕਲੀਅਰ ਕਰੋ ਜੀ ਵੀਰਿੰਦਰਬੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੀ ਆਪ ਜੀਆਂ ਨੇ ਵੀ ਰਾਜਾ ਸਿੰਘ ਜੀ ਪਾਸੋਂ ਸਵਾਲ ਜਿਹੜਾ ਹੈ ਪੂਰੀ ਤਰ੍ਹਾਂ ਦੀ ਸਰਵਣ ਕੀਤਾ ਹੈ, ਤੇ ਇਹ ਸਵਾਲ ਜਿਹੜਾ ਹੈ ਗੁਰਬਾਣੀ ਤੇ ਗੁਰਮਤ ਮਰਿਆਦਾ ਦੇ ਨਾਲ ਸੰਬੰਧਿਤ ਕਿਹਾ ਜਾ ਸਕਦਾ ਹੈ। ਤੇ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਜੇ ਚਲਾਣਾ ਕਰ ਜਾਣ ਦੀ ਸਾਡੀ ਗੁਰਮਤ ਦੀ ਰੀਤੀ ਹੈ, ਗੁਰਬਾਣੀ ਸਾਨੂੰ ਇਸ ਦੇ ਬਾਰੇ, ਮੌਤ ਦੇ ਬਾਰੇ ਕੀ ਦੱਸਦੀ ਹੈ। ਤੇ ਮੌਤ ਕੀ ਹੈ? ਸਰੀਰ ਤੇ ਆਤਮਾ ਦਾ ਵਿਛੋੜਾ, ਇਸ ਨੂੰ ਮੌਤ ਕਹਿੰਦੇ ਹਨ ਗੁਰਮਤ ਵਿੱਚ। ਤੇ ਕਿਸੇ ਵੀ ਜੀਵ ਦੀ ਮੌਤ ਦਾ ਕਾਰਨ ਜਿਹੜਾ ਹੈ ਪ੍ਰਭੂ ਆਪ ਹੈ, ਪਰਮਾਤਮਾ ਆਪ ਹੈ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਤੇ ਉਹ ਜੀਵਾਂ ਨੂੰ ਆਪਣੇ ਹੁਕਮ ਅੰਦਰ ਹੀ ਸੰਸਾਰ ਤੋਂ ਵਾਪਸ ਬੁਲਾ ਲੈਂਦਾ ਹੈ, ਜਿਵੇਂ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਤੇ ਮੌਤ ਦਾ ਸਮਾਂ ਵੀ ਅਟਲ ਹੈ।
मरण लिखाए मंडल में आए, जिसकी पूजै औद तिसे कौन रखसी। तो स्पष्ट है कि चलाना एक अटल सच्चाई है जो करते अकाल पुरख दे ही वस है, ਅਤੇ ਇਸ ਨੂੰ ਰੋਕਣਾ ਕਿਸੇ ਦੇ ਵਸ ਨਹੀਂ। ਹੁਣ ਗੁਰਮਤਿ ਵਿੱਚ ਸਾਨੂੰ ਗੁਰਬਾਣੀ ਵਿੱਚ ਬਾਰ-ਬਾਰ ਤੇ ਇਹਦੇ ਲਾਈਨ ਸੇਧਾਂ ਮਿਲਦੀਆਂ ਹਨ, ਅਤੇ ਗੁਰੂ ਦਾ ਅਸੀਂ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਲਾਣੀਆਂ ਵਿੱਚ ਵੀ ਸਾਨੂੰ ਇਸ ਦੀ ਸੇਧ ਦਿੱਤੀ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਤੁਰਨ ਅਤੇ ਉਸ ਦੀ ਸਿਫਤ ਸਲਾਹ ਕਰਨਾ, ਇਹ ਉਪਦੇਸ਼ ਜਿਹੜਾ ਹੈ ਇਹ ਸਾਨੂੰ ਇਸ ਮੌਤ ਲਈ ਲੈਣਾ ਚਾਹੀਦਾ ਹੈ। ਤੇ ਮੌਤ ਨੂੰ ਮੰਦਾ ਵੀ ਨਹੀਂ ਆਖਣਾ। ਮੌਤ ਚੰਗੀ ਹੈ, ਪਰ ਉਦੋਂ ਹੀ ਚੰਗੀ ਹੈ ਜੇ ਕੋਈ ਮਨੁੱਖ ਉਸ ਤਰੀਕੇ ਨਾਲ ਜੀਏ। ਤੇ ਤਰੀਕਾ ਕੀ ਹੈ? ਅਕਾਲ ਪੁਰਖ ਸਰਵ ਸ਼ਕਤੀਮਾਨ ਦੀ ਰਜ਼ਾ ਵਿੱਚ ਰਹਿਣਾ ਤੇ ਉਸ ਨੂੰ ਸਿਮਰਨਾ। ਜਿਸ ਤਰ੍ਹਾਂ ਗੁਰੂ ਸਾਹਿਬ ਬਚਨ ਕਰਦੇ ਹਨ, ਮਰਨ ਨਾ ਮੰਦਾ ਲੋਕਾ ਆਖੀ ਹੈ, ਜੇ ਮਰ ਜਾਣੇ ਐਸਾ ਹੋਏ, ਸੇਵਿਓ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆ ਗਏ ਹੋਏ। ਹੁਣ ਗੁਰਸਿੱਖੀ ਰੀਤ ਮਰਨ ਦੇ ਉਪਰੰਤ, ਜਿਸ ਤਰ੍ਹਾਂ ਦੀ ਅੱਜ ਦੇ ਸਵਾਲ ਦੇ ਵਿੱਚ ਪੁੱਛਿਆ ਹੈ ਕਿ ਕਿਸ ਤਰ੍ਹਾਂ ਦੀ ਅਫਸੋਸ ਜਾਂ ਚਲਾਣਾ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਤੇ ਗੁਰਮਤਿ ਸਾਨੂੰ ਇਸ ਦੀ ਮਾਰਗਦਰਸ਼ਕ ਕਿਸ ਤਰ੍ਹਾਂ ਦੀ ਬਣਦੀ ਹੈ ਤੇ ਕੀ ਵਰਜਦੀ ਹੈ। ਜਿਸ ਤਰ੍ਹਾਂ ਦੀ ਅਸੀਂ ਗੁਰਬਾਣੀ ਤੋਂ ਅਗਰ ਸੇਧ ਲਈਏ ਤੇ ਗੁਰਬਾਣੀ ਵਿੱਚ ਸਾਨੂੰ ਮੌਤ ਲਈ ਰਜ਼ਾ ਤੇ ਹੁਕਮ ਵਿੱਚ ਰਹਿਣਾ ਜਾਂ ਰਜ਼ਾ ਨੂੰ ਪ੍ਰਵਾਨ ਕਰਨ ਵਾਲੀ ਸ਼ਬਦਾਵਲੀ ਦੇ ਜਿਹੜੇ ਸੰਕੇਤਕ ਦਿੰਦੀ ਹੈ। ਇਸ ਦੇ ਬਾਅਦ ਜੋ ਰੋਣਾ ਪਿੱਟਣਾ ਉਸ ਤੋਂ ਵਰਜਦੀ ਹੈ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਣਾ। ਤੇ ਗੁਰੂ ਸਾਹਿਬ ਜਦ ਅਮਰਦਾਸ ਪਾਤਸ਼ਾਹ ਜੀ ਦੇ ਚਲਾਣੇ ਸਮੇਂ ਦੇ ਉਪਦੇਸ਼ ਜਿਹੜੇ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤੇ ਨੇ ਸਦਬਾਣੀ ਵਿੱਚ, ਉੱਥੇ ਵੀ ਸਾਨੂੰ ਇਹ ਸੇਧ ਮਿਲਦੀ ਹੈ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨ ਪਾਇਆ। ਸੋ ਜਿਹੜੇ ਬੋਲ ਇਖਲਾਕੀ ਤੌਰ ਤੇ ਸਾਨੂੰ ਕਿਸੇ ਦੇ ਮਰਨ ਉਪਰੰਤ ਬੋਲਣੇ ਸਾਡਾ ਫਰਜ਼ ਬਣਦੇ ਹਨ, ਜਿਸ ਦੀ ਸੱਚੇ ਪਾਤਸ਼ਾਹ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਰਿਵਾਰ ਤੇ ਸੰਬੰਧੀਆਂ ਨੂੰ ਭਾਣਾ ਮੰਨਣ, ਰਜ਼ਾ ਵਿੱਚ ਰਹਿਣ ਦਾ ਬਲ ਬਖਸ਼ੋ। ਹੁਣ ਕੁਝ ਐਸੇ ਸ਼ਬਦ ਜਿਹੜੇ ਅਸੀਂ ਆਮ ਤੌਰ ਤੇ ਚਲਾਣਾ ਹੋ ਜਾਂਦਾ ਤੇ ਘਰ ਜਾ ਕੇ ਕਈ ਸੱਜਣ ਬੋਲ ਪੈਂਦੇ ਹਨ ਕਿ ਬਹੁਤ ਮਾੜਾ ਹੋਇਆ, ਬਹੁਤ ਅਫਸੋਸ ਹੈ, ਜਾਂ ਕਈ ਇਸ ਤਰ੍ਹਾਂ ਦੀ ਕਹਿ ਦਿੰਦੇ ਹਨ ਕਿ ਰੱਬ ਨੇ ਪਰਿਵਾਰ ਨਾਲ ਇਹ ਚੰਗਾ ਨਹੀਂ ਕੀਤਾ। ਸੋ ਇਹ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਸ਼ਬਦਾਵਲੀ ਨਹੀਂ ਹੈ ਅਤੇ ਰੱਬੀ ਭਾਣੇ ਨੂੰ ਮੰਨਣ ਤੋਂ ਇਨਕਾਰੀ ਹੋਣ ਦੇ ਤੁਲ ਹੈ। ਅੱਜ ਹੁਣ ਦੇਖਦੇ ਹਾਂ ਅਸੀਂ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਹੈ ਤੇ ਰੋਜ਼ਾਨਾ ਜਿਹੜੀਆਂ ਐਸੀਆਂ ਪੋਸਟਾਂ ਨੇ ਮਤਲਬ ਮ੍ਰਿਤਕ ਸੰਬੰਧੀ, ਇਹ ਵੀ ਫਲੋਟ ਹੁੰਦੀਆਂ ਰਹਿੰਦੀਆਂ ਨੇ, ਭਾਵੇਂ ਫੇਸਬੁੱਕ ਹੋਵੇ, ਟਵਿੱਟਰ ਹੋਵੇ ਜਾਂ ਸਾਡਾ ਵਟਸਐਪ ਜਿਹੜਾ ਆਮ ਤੌਰ ਤੇ ਘਰਾਂ ਵਿੱਚ ਸਾਰਿਆਂ ਹੀ ਕੋਲ ਮਤਲਬ ਯੂਜ਼ ਹੋਣ ਵਾਲੀ ਮਤਲਬ ਇਹ ਢੰਗ ਨੇ। ਤੇ ਇਹਨਾਂ ਵਿੱਚ ਬਹੁਤ ਸਾਰੇ ਵੀਰ ਇੱਕ ਨਵਾਂ ਸ਼ਬਦ ਜਿਹੜਾ ਹੈ ਤੇ ਨਵਾਂ ਨਹੀਂ, ਬੜਾ ਪੁਰਾਣਾ ਸ਼ਬਦ ਹੈ, ਕਿਸੇ ਹੋਰ ਸਮਾਜ ਦਾ ਹੈ, ਕਿ RIP ਰਿਪ, ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਲਿਖ ਦਿੰਦੇ ਹਨ। ਤੇ ਸੰਗਤ ਜੀ, ਇਹ ਜਿਹੜਾ ਰਿਪ ਸ਼ਬਦ ਹੈ RIP, ਇਹ ਸੰਕੇਤਕ ਹੈ ਰੈਸਟ ਇਨ ਪੀਸ ਦਾ। ਤੇ ਇਸ ਦਾ ਓਰੀਜਨ ਜਿਹੜਾ ਹੈ ਉਹ ਕ੍ਰਿਸਚੀਅਨ ਸਮਾਜ ਵਿੱਚੋਂ ਹੋਇਆ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਜਜਮੈਂਟ ਵਾਲੇ ਦਿਨ ਇਹ ਸਾਰੀਆਂ ਹੀ ਰੂਹਾਂ ਜਿਹੜੀਆਂ ਹਨ ਤੇ ਸਾਰੇ ਹੀ ਮੁਰਦੇ ਜਿਹੜੇ ਹਨ ਇਹ ਬਿਲਕੁਲ ਜ਼ਿੰਦਾ ਹੋ ਜਾਣਗੇ ਤੇ ਇਹਨਾਂ ਦਾ ਹਿਸਾਬ ਮੰਗਿਆ ਜਾਵੇਗਾ। ਤੇ ਐਸੇ ਹੀ ਜਿਹੜੇ ਵਿਚਾਰ ਨੇ ਉਹ ਇਸਲਾਮਿਕ ਮਤ ਨੂੰ ਮੰਨਣ ਵਾਲੇ ਮੁਸਲਮਾਨ ਵੀਰਾਂ ਦੇ ਵੀ ਹਨ। ਤੇ ਉਹ ਵੀ ਕਹਿੰਦੇ ਨੇ ਕਿ ਕਿਆਮਤ ਵਾਲੇ ਦਿਨ ਜਿਹੜਾ ਹੈ ਇਹ ਸਾਰੀਆਂ ਰੂਹਾਂ ਜਿਹੜੀਆਂ ਨੇ ਜ਼ਿੰਦਾ ਹੋ ਜਾਣਗੀਆਂ ਤੇ ਸਰੀਰ ਵੀ ਜਿਹੜੇ ਹਨ ਇਹ ਉੱਠ ਪੈਣਗੇ ਤੇ ਫਿਰ ਇਹਨਾਂ ਦਾ ਹਿਸਾਬ ਹੋਇਆ ਜਾਏਗਾ। ਪਰ ਗੁਰਮਤਿ ਦੇ ਵਿੱਚ ਅਸੀਂ ਜਦ ਦੇਖਦੇ ਹਾਂ, ਗੁਰਮਤਿ ਦੀ ਕਸਵੱਟੀ ਵੀ ਸਭ ਤੋਂ ਪਹਿਲਾਂ ਤੇ ਜਦ ਪ੍ਰਾਣੀ ਚਲਾਣਾ ਕਰ ਜਾਂਦਾ ਹੈ ਤੇ ਉਸ ਤੋਂ ਬਾਅਦ ਹਦਾਇਤ ਹੈ ਕਿ ਇਹਦਾ ਸੰਸਕਾਰ ਜਾਂ ਹੋਰ ਕੋਈ ਜਿਹੜਾ ਸੂਟੇਬਲ ਢੰਗ ਹੋਵੇ ਬਾਡੀ ਨੂੰ ਡਿਸਪੋਜ਼ ਕਰਨ ਦਾ, ਤੇ ਉਸ ਨੂੰ ਕਰ ਦਿੱਤਾ ਜਾਵੇ। ਸੋ ਇੱਥੇ ਜਿਸਮ ਦੇ ਰਹਿਣ ਦੀ ਕੋਈ ਗੱਲ ਹੀ ਨਹੀਂ ਪ੍ਰਵਾਨ ਗੁਰਮਤਿ ਦੇ ਵਿੱਚ। ਤੇ ਐਸੀ ਸ਼ਬਦਾਵਲੀ ਜਿਹੜੀ RIP ਦੀ ਸ਼ਬਦਾਵਲੀ ਹੈ, ਇਹ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਤੇ ਸਿੱਖਾਂ ਨੂੰ ਆਪਣੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਹੈ ਤੇ ਪਹਿਰਾ ਦੇਣਾ ਚਾਹੀਦਾ ਹੈ। ਅਤੇ ਅਨ ਧਰਮਾਂ ਦੀ ਜਿਹੜੀ ਸ਼ਬਦਾਵਲੀ ਹੈ ਆਪਣੇ ਧਰਮ ਦਾ ਹਿੱਸਾ ਬਣਨ ਜਾਂ ਬਣਾਉਣ ਤੋਂ ਆਪਣੇ ਆਪ ਨੂੰ ਰੋਕਣਾ ਚਾਹੀਦਾ ਹੈ। ਸੋ ਗੁਰਸਿੱਖ ਵੀਰਾਂ ਨੂੰ ਭਾਣੇ ਨੂੰ ਮੰਨਣ, ਰਜ਼ਾ ਵਿੱਚ ਰਹਿਣ ਵਾਲੀ ਸ਼ਬਦਾਵਲੀ ਦਾ ਹੀ ਪ੍ਰਚਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੀ ਐਸੇ ਮੌਕਿਆਂ ਤੇ ਇਹ ਸ਼ਬਦਾਵਲੀ ਜਿਹੜੀ ਵਰਤਣੀ ਚਾਹੀਦੀ ਹੈ। ਆਸ ਹੈ ਆਪ ਜੀਆਂ ਦਾ ਜਿਹੜਾ ਸਵਾਲ ਸੀ ਉਸਦਾ ਜਵਾਬ ਮਿਲਿਆ ਹੋਵੇਗਾ। ਫਿਰ ਵੀ ਜੇ ਆਪ ਜੀ ਹੋਰ ਵੀ ਕੁਝ
ਇਸ ਵਿੱਚ ਸਾਨੂੰ ਮਾਰਗਦਰਸ਼ਕ ਕਰ ਸਕਦੇ ਹੋ ਤੇ ਵੈਲਕਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਵੀਰਿੰਦਰਵੀਰ ਸਿੰਘ ਜੀ, ਆਪ ਜੀ ਨੇ ਇਸ ਨੂੰ ਸਪਸ਼ਟ ਕੀਤਾ ਹੈ। ਤੋ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਵੀ ਕਿਸੇ ਸਰੀਰਕ ਮੌਤ ਤੇ ਆਪਾਂ ਕਹਿੰਦੇ ਆ ਜੀ, ਪ੍ਰਗਟਾਵਾ ਕਰਦੇ ਆ ਵੀ ਐ ਜੀ ਉਹ ਹੈ ਜੀ, ਤੇ ਜਿਹੜੇ ਸਾਡੇ ਆਪਣੇ ਚੰਗੇ ਗੁਣ ਮਰਦੇ ਨੇ ਉਹਨਾਂ ਬਾਰੇ ਸਾਨੂੰ ਕਦੀ ਅਫਸੋਸ ਨਹੀਂ ਹੋਇਆ। ਤੋ ਸਰੀਰਕ ਮੌਤ ਜਿਹੜੀ ਉਹ ਤੇ ਅਟੱਲ ਹੈ, ਕਿਉਂਕਿ ਉਹ ਤੇ ਜੋ ਮਾਲਕ ਨੇ ਸਵਾਸ ਲਿਖੇ ਨੇ ਉਸ ਤੋਂ ਕੋਈ ਨਾ ਵਧਾ ਸਕਦਾ ਨਾ ਘਟਾ ਸਕਦਾ, ਉਹਨੇ ਤੇ ਆਉਣਾ ਹੀ ਆਉਣਾ। ਤੇ ਅਗਰ ਅਫਸੋਸ ਕਰਨ ਦੀ ਲੋੜ ਹੈ ਤੇ ਉਹ ਇਸ ਗੱਲ ਦੀ ਅਫਸੋਸ ਕਰਨ ਦੀ ਲੋੜ ਹੈ ਕਿ ਜੇ ਮੇਰੇ ਵਿੱਚ ਕੋਈ ਚੰਗਾ ਗੁਣ ਸੀਗਾ ਤੇ ਅੱਜ ਘਟ ਗਿਆ ਜਾਂ ਨਹੀਂ ਹੈ, ਤੇ ਮੈਨੂੰ ਅਫਸੋਸ ਕਰਨਾ ਚਾਹੀਦਾ। ਜਾਂ ਜੇ ਮੇਰੇ ਚ ਔਗਣ ਨੇ ਤੇ ਮੈਨੂੰ ਉਹਨਾਂ ਤੇ ਅਫਸੋਸ ਕਰਨਾ ਚਾਹੀਦਾ, ਤੇ ਤਾਂ ਮੇਰਾ ਜ਼ਿੰਦਗੀ ਜਿਹੜੀ ਹੈ ਉਹ ਅੱਗੇ ਚੱਲੇ। ਤੋ ਇਹ ਜਿਹੜਾ ਅਫਸੋਸ ਵੀ ਹੈ ਉਹ ਕਿੱਥੇ ਕਰਨਾ ਹੈ? ਤੋ ਇਹ ਜਿਸ ਵੇਲੇ ਸਾਡੇ ਚੰਗੇ ਗੁਣ ਮਰ ਜਾਣ ਉੱਥੇ ਅਫਸੋਸ ਕਰਨ ਦੀ ਲੋੜ ਹੈ। ਸਰੀਰਕ ਮੌਤ ਤੇ ਜਿਹੜੀ ਉਹ ਆਣੀ ਆਣੀ, ਜਿਤਨੇ ਸਵਾਸ ਲਿਖੇ ਨੇ ਉਸ ਤੋਂ ਬਾਅਦ ਤੇ ਮੈਂ ਇੱਕ ਸਵਾਸ ਵੀ ਨਹੀਂ ਵੱਧ ਲੈ ਸਕਦਾ ਤੇ ਨਾ ਹੀ ਉਹਨੂੰ ਕੋਈ ਘਟਾ ਸਕਦਾ। ਇਸ ਕਰਕੇ ਉਹ ਇਹ ਜਿਹੜਾ ਸਰੀਰਕ ਮੌਤ ਦਾ ਚੈਪਟਰ ਹੈ ਇਹ ਤੇ ਮਤਲਬ ਜ਼ਿਹਨ ਚੋਂ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਇਹ ਵਾਹਿਗੁਰੂ ਦੀ ਖੇਡ ਹੈ, ਉਹਨੇ ਵਰਤਾਉਣੀ। ਤੇ ਇੱਕ ਗੱਲ ਬੜੀ ਜ਼ਰੂਰੀ ਜਿਹੜੀ ਵੀ ਦੱਸੀ ਆ ਵੀ ਅਸੀਂ ਜੋ ਚੀਜ਼ ਆਵੇ ਨਾ ਸੋਸ਼ਲ ਮੀਡੀਆ ਤੇ ਅਸੀਂ ਬਿਨਾਂ ਸੋਚੇ ਸਮਝੇ ਤੇ ਆਮ ਤੌਰ ਤੇ ਫਾਰਵਰਡ ਕਰ ਦਿੰਦੇ, ਅੱਗੇ ਤੋਂ ਅੱਗੇ ਭੇਜੀ ਜਾਂਦੇ। ਤੋ ਇਸੇ ਤਰ੍ਹਾਂ ਜਿਹੜਾ ਸ਼ਬਦ ਜਿਹੜਾ ਲਫ਼ਜ਼ ਹੈ RIP ਰਿਪ, ਇਹ ਵੀ ਬੜਾ ਮਤਲਬ ਹੈ ਵੀ ਇਹਦਾ ਕਾਫੀ ਸਰਕੂਲੇਟ ਹੋ ਜਾਂਦਾ ਕੋਈ ਗੱਲ ਹੋਵੇ। ਸੋ ਸਾਨੂੰ ਖੈਰ ਆਪਣੇ ਸੱਭਿਆਚਾਰ ਦਾ ਵੀ ਧਿਆਨ ਰੱਖਣਾ ਚਾਹੀਦਾ। ਜਿੱਥੇ ਸਾਡੀਆਂ ਧਾਰਮਿਕ ਮਨੌਤਾਂ ਨੇ ਉੱਥੇ ਸਾਡਾ ਕੋਈ ਸੱਭਿਆਚਾਰ ਵੀ ਹੈ। ਤੋ ਸਾਨੂੰ ਹਮੇਸ਼ਾ ਆਪਣੇ ਸਿੱਖ ਸੱਭਿਆਚਾਰ ਦੇ ਨਾਲ ਜੁੜੇ ਰਹਿਣਾ ਚਾਹੀਦਾ। ਕੋਈ ਇਹੋ ਜਿਹਾ ਸ਼ਬਦ ਨਹੀਂ ਵਰਤਣਾ ਚਾਹੀਦਾ, ਐਸੀ ਹਰਕਤ ਨਹੀਂ ਕਰਨੀ ਚਾਹੀਦੀ ਜਿਹੜੀ ਸਾਡੀ ਸਿੱਖ ਸੱਭਿਆਚਾਰ ਦੇ ਅਨੁਕੂਲ ਨਾ ਹੋਵੇ ਤੇ ਚੰਗੀ ਨਾ ਲੱਗੇ। ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤੋ ਆਓ ਸੰਗਤ ਜੀ ਆਪਾਂ ਚੱਲਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਜਿਹੜਾ ਸੰਗਤ ਜੀ ਉਹ ਗੁਰਬਾਣੀ ਦੀ ਤੁਕ ਬਾਰੇ ਹੈ। ਤੁਕ ਮੈਂ ਪੜ੍ਹ ਦੇਣਾ। ਸ੍ਰੀ ਰਾਮ ਨਾਮਾ ਉਚਰ ਮਨਾ, ਆਗਿਆ ਜਮਦਲ ਬਿਖਮ ਕਨ। ਸਵਾਲ ਕੀਤਾ ਡਾਕਟਰ ਸੁਰਿੰਦਰ ਸਿੰਘ ਜੀ ਨੇ ਤੇ ਉੱਤਰ ਵੀ ਦੇਣਗੇ ਡਾਕਟਰ ਸਾਹਿਬ ਵੀ, ਡਾਕਟਰ ਤੇਜਿੰਦਰ ਸਿੰਘ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਬਦ ਦੇ ਅਰਥ ਵੱਲ ਨਹੀਂ ਜਾਵਾਂਗਾ ਜੀ, ਟਾਈਮ ਜ਼ਿਆਦਾ ਲੱਗੇਗਾ, ਪਰ ਮੈਂ ਸ਼ਬਦ ਪੜ੍ਹਨਾ ਜ਼ਰੂਰੀ ਸਮਝਦਾ ਹਾਂ। ਗੌੜੀ ਚੇਤੀ ਮਹੱਲਾ ਪਹਿਲਾ, ਪੰਨਾ 155। अवर पंच हम एक जना, क्यों राखो घर बार बना। मारै लुटै नीत नीत, किस आगे करी पुकार जना। श्री राम नामा उचर मना, आगे जमदल बिखम घना। ਇੱਥੇ ਸ਼ਬਦ ਵਰਤਿਆ ਗਿਆ ਜੀ ਜਮਦਲ। ਇਸੇ ਸੰਕਲਪ ਤੇ ਆਪਾਂ ਅੱਜ ਗੱਲ ਕਰਨੀ ਹੈ, ਸ਼ਬਦ ਪੂਰਾ ਕਰ ਲਈਏ। ਉਸਾਰ ਮੜੋਲੀ ਰਾਖੇ ਦੁਆਰਾ, ਪੀਤਰ ਬੈਠੀ ਸਾਤਨਾ। ਅੰਮ੍ਰਿਤ ਕੇਲ ਕਰੇ ਨਿਤ ਕਾਰਨ, ਅਵਰ ਰੁਲੇਨ ਸੋ ਪੰਚ ਜਨਾ। ਢਾਹੇ ਮੜੋਲੀ ਲੂਟਿਆ ਦੇਹਰਾ, ਸਾਤ ਅਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਇੱਥੇ ਜਮ ਡੰਡਾ ਵਰਡ ਯੂਜ਼ ਕੀਤਾ ਗਿਆ, ਜਮ ਦਾ ਡੰਡਾ। ਕਾਮਨ ਲੋੜਾ ਸੋਏ ਨਾ ਰੂਪਾ, ਮਿੱਤਰ ਲੁੜੇਨ ਸੋ ਖਾਦਾ ਤਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਧਾ ਤਾ। ਇੱਥੇ ਜਮਪੁਰ ਵਰਡ ਯੂਜ਼ ਕੀਤਾ ਗਿਆ ਜੀ, ਜਮ ਦੀ ਨਗਰੀ। ਅੱਗੇ ਵੀ ਜੇ ਸ਼ਬਦ ਇਸ ਤੋਂ ਅੱਗੇ ਚਲੀਏ ਇਸੇ ਅੰਗ ਤੇ, ਇਸੇ ਪੰਨੇ ਤੇ, ਮਨਮੁਖ ਅੰਧੇ ਸਦਾ ਵੀ ਖਾਏ, ਜਮ ਡੰਡ ਸਹੇ ਸਦਾ ਦੁਖ ਪਾਏ। ਜਮੁਆ ਨਾ ਜੋ ਹੈ ਹਰ ਕੀ ਸਰਣਾਈ, ਹਉਮੈ ਮਾਰ ਸਚ ਲਿਵ ਲਾਈ। ਹੋਰ ਸ਼ਬਦ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਹੋਰ ਬਹੁਤ ਅਨੇਕ। ਤੋਂ ਕਹਿਣ ਦਾ ਭਾਵ ਹੈ ਕਿ ਇਹ ਸੰਕਲਪ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਸਵਾਲ ਕਰਤਾ ਵੱਲੋਂ ਕਿ ਜਮਦੂਤ ਜਮਦਲ ਤੇ ਸੰਕਲਪ ਕੀ ਹੈ, ਬਿਖਮ ਘਨਾ ਕੀ ਹੈ। ਇੱਕ ਲਾਈਨ ਵਿੱਚ ਇਹਨੂੰ ਐਕਸਪਲੇਨ ਕਰਦੇ ਹਾਂ। ਮਨੁੱਖ ਮੌਤ ਦੀ ਅਟਲਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਮੌਤ ਤੋਂ ਹਮੇਸ਼ਾ ਭੈਭੀਤ ਰਹਿੰਦਾ ਹੈ। ਜਦੋਂ ਕਿਸੇ ਨੂੰ ਆਪਣੀ ਮੌਤ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਖਤਰਾ ਮਹਿਸੂਸ ਹੁੰਦਾ ਹੈ। ਤਾਂ ਬਿਖਮ ਘਨਾ ਤੇ ਇਸੇ ਨੂੰ ਸਮਝ ਲਈਏ। ਇਹ ਗੱਲ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਕਿ ਮੌਤ ਨੂੰ ਬਹੁਤ ਹੀ ਡਰਾਉਣੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਪੇਸ਼ ਕਿਹਨੇ ਕੀਤਾ ਹੈ? ਮੌਤ ਨੂੰ ਭਿਆਨਕ ਰੂਪ ਵਿੱਚ ਦਰਸਾਉਣ ਦਾ ਕਥਿਤ ਧਾਰਮਿਕ ਲੋਕਾਂ ਦਾ ਵਿਸ਼ੇਸ਼ ਹੱਥ ਹੈ। ਕਥਿਤ ਧਾਰਮਿਕ ਆਗੂਆਂ ਨੇ ਕਈ ਤਰ੍ਹਾਂ ਦੇ ਕਾਲਪਨਿਕ ਪਾਤਰਾਂ ਦੁਆਰਾ ਮੌਤ ਨੂੰ ਬਹੁਤ ਹੀ ਭਿਅੰਕਰ ਰੂਪ ਵਿੱਚ ਦਰਸਾਉਣ ਦੀ ਅਹਿਮ ਭੂਮਿਕਾ ਨਿਭਾਈ ਹੈ। ਮੌਤ ਦੇ ਸਮਾਨਾਰਥਕ ਸਮਰਥ ਜਾਂ ਕਾਲਪਨਿਕ ਪਾਤਰਾਂ ਦੇ ਨਾਮ ਜਿਵੇਂ ਕਿ ਧਰਮਰਾਏ, ਜਮਕਾਲ, ਜਮਦੂਤ, ਜਮ,
जमुआ, जमदल, जम कंकर, जम डंडा, जमराज, जमपुर, ये नाल भी लिखे है यमराज, यमलोक, चित्रगुप्त, दोजख, बहिश्त, नरक, स्वर्ग आदि का वर्णन अक्सर गुरबाणी में मिलता है। ये शब्दावली पौराणिक है, खासकर सनातनी गरुड़ पुराण में मनुख ਨੂੰ ਭੈਭੀਤ ਰੱਖਣ ਲਈ ਵਰਤੀ ਗਈ ਹੈ। मैं रिपीट करा, खासकर सनातनी गरुड़ पुराण ਵਿੱਚ ਮਨੁੱਖ ਨੂੰ ਭੈਭੀਤ ਰੱਖਣ ਲਈ ਵਰਤੀ ਗਈ ਹੈ। ਜਿੱਥੇ ਪੁਰਾਣ ਵਿੱਚ ਜਮਾਂ ਨੂੰ ਬਹੁਤ ਨਿਰਦਈ, ਭਿਆਨਕ, ਕਰੂਪ ਆਦਿ ਵਰਣਨ ਕੀਤਾ ਗਿਆ ਹੈ, ਉੱਥੇ ਇਸਲਾਮ ਵਿੱਚ ਵੀ ਅਜਿਹੇ ਸਹਿਮ ਪੈਦਾ ਕੀਤੇ ਗਏ ਹਨ ਅਤੇ ਅਜਰਾਇਲ ਫਰਿਸ਼ਤਾ ਵੱਲੋਂ ਅਜਿਹਾ ਹੀ ਰੋਲ ਨਿਭਾਉਣ ਦੀ ਗੱਲ ਕੀਤੀ ਗਈ ਹੈ। ਗੁਰਮਤ ਇਹ ਜਮ ਜਾਂ ਅਜਰਾਇਲ ਦੇ ਸੰਕਲਪ ਸਵੀਕਾਰ ਨਹੀਂ ਕਰਦਾ। ਹਾਂ, ਇਹ ਸਹੀ ਹੈ ਕਿ ਬਾਣੀ ਦੇ ਰਚਨਹਾਰਿਆਂ ਵੱਲੋਂ ਸਿਧਾਂਤਕ ਸੱਚ ਦ੍ਰਿੜ ਕਰਵਾਉਣ ਲਈ ਅਤੇ ਸਰਲ ਲੋਕ ਭਾਸ਼ਾ ਵਿੱਚ ਉਪਦੇਸ਼ ਪ੍ਰਚਾਰਿਤ ਕਰਨ ਲਈ ਅਨਮਤੀ ਸ਼ਬਦਾਵਲੀ ਵਰਤੀ ਗਈ ਹੈ, ਜੋ ਕਿ ਪ੍ਰਚਲਿਤ ਧਾਰਨਾ ਹਿੱਤ ਸ਼ੁਭ ਕਰਮ ਦ੍ਰਿੜ ਕਰਵਾਉਣ ਲਈ ਸਹਿਯੋਗੀ ਵੀ ਪਾਈ ਗਈ ਹੈ। ਸਿਰਫ ਮੌਤ ਨਾਲ ਸੰਬੰਧਿਤ ਸ਼ਬਦਾਵਲੀ ਹੀ ਨਹੀਂ, ਗੁਰਬਾਣੀ ਵਿੱਚ ਹੋਰਨਾਂ ਸੰਦਰਭਾਂ ਵਿੱਚ ਵੀ ਕਾਲਪਨਿਕ ਸ਼ਬਦਾਵਲੀ ਦੀ ਸਹਾਇਤਾ ਲਈ ਗਈ ਹੈ, ਜਿਵੇਂ ਪਾਰਸ, ਗੁਰ ਪਾਰਸ ਹਮਲੋ, ਗੁਰੂ ਪੱਥਰ ਹੈ ਤੇ ਅਸੀਂ ਸੋਨਾ ਵਾ, ਅਸੀਂ ਲੋਹੇ ਤੋਂ ਸੋਨਾ ਹੋ ਜਾਂਦੇ ਹਾਂ। ਪੱਥਰ ਸਿੰਕੇਟਿਕ ਹੈ, ਕਾਲਪਨਿਕ ਹੈ। ਕਾਮਧੇਨੂ, ਇੱਥੇ ਅਸੀਂ ਇੱਕੋ ਹੀ ਲਾਈਨ ਪੜ੍ਹ ਕੇ ਦੋ ਸ਼ਬਦ ਕਲੀਅਰ ਕਰਾਂਗੇ, ਕਾਮਧੇਨ ਤੇ ਪਾਰਜਾਤ। पारजात ए हर का नाम, सुखनी साहब दी तुक है जी, पारजात ए हर का नाम, कामधेन हर हर गुण गाओ। पारजात भी समुंदर रिड़क के पेड़ निकलिया सी जी, पारजात समुंदर, कामधेनु समुंदर रिड़ के गां निकली सी जी। इन्हां माइथोलॉजिकल कंसैप्ट्स नूं गुरमत नहीं मानदी, तो ये भी जिहड़े काल्पनिक शब्द ने गुरबाणी दे विच होर जगह ते वरते गए ने। सो मौत ਦੇ ਅਖੌਤੀ ਫਰਿਸ਼ਤੇ ਦੀ ਭੂਮਿਕਾ ਜਾਣਨ ਲਈ ਆਓ ਦੋ ਤੁਕਾਂ ਗੁਰਬਾਣੀ ਦੀਆਂ ਹੀ ਤੁਲਨਾ ਕਰੀਏ। ਮੌਤ ਦਾ ਅਖੌਤੀ ਫਰਿਸ਼ਤਾ ਕਿਵੇਂ ਕੰਪੇਅਰ ਕਰਾਂਗੇ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਚਾਰ ਘੜੀਆਂ ਕੰਮਕਾਰ ਚ ਹੰਡ ਕੇ ਘਸ ਕੇ ਗਵਾਤੀਆਂ, ਚਾਰ ਘੜੀਆਂ ਸੌਂ ਕੇ ਗਵਾਤੀਆਂ। ਲੇਖਾ ਰੱਬ ਮੰਗੇਸੀਓ, ਮੰਗੇਸੀਆ ਤੂੰ ਆਇਓ ਕਿਹੜੇ ਕੰਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਇੱਥੇ ਲੇਖਾ ਕੌਣ ਮੰਗ ਰਿਹਾ? ਰੱਬ ਮੰਗ ਰਿਹਾ। ਅੱਗੇ ਗੁਰਬਾਣੀ ਨੂੰ ਇਸੇ ਸੰਦਰਭ ਚ ਪੜ੍ਹੀਏ। ਬਾਬਾ ਅਬ ਨਾ ਬਸੋ ਇਹ ਗਾਉ, ਘਰੀ ਘਰੀ ਕਾ ਲੇਖਾ ਮੰਗੈ, ਕਾਇਬ ਚੇਤ ਨਾਉ। ਕਾਇਬ ਮਤਲਬ ਪਟਵਾਰੀ, ਚੇਤ ਮਤਲਬ ਚਿੱਤਰਗੁਪਤ। ਇਹ ਉਹਨਾਂ ਦਾ ਨਾਮ ਹੈ। ਪਟਵਾਰੀ, ਚਿੱਤਰਗੁਪਤ ਉਹਨਾਂ ਦੇ ਨਾਮ ਹੈ ਤੇ ਉਹ ਲੇਖਾ ਮੰਗਦੇ ਹਨ। ਇਹ ਦੂਸਰਾ ਕੰਸੈਪਟ ਹੋ ਗਿਆ। ਧਰਮਰਾਜ ਜਬ ਲੇਖਾ ਮੰਗੇ, ਬਾਕੀ ਨਿਕਸੀ ਭਾਰੀ, ਪੰਚ ਕਿਸਾਨਵਾ ਭਾਗ ਗਏ ਲਾ ਬਾਧਿਓ ਜੀ ਦਰਬਾਰੀ। ਇੱਥੇ ਧਰਮਰਾਜ ਲੇਖਾ ਮੰਗਣ ਡਿਆ। तो साध संगत जी धर्म लेखा हुण मंगदा कौन पिया? जानन की गल यह है कि लेखा सिर्फ अकाल पुरख परमेश्वर जो अंदर बैठा है, दरअसल परमेश्वर का अंदर वासा है, वो किसी फरिश्तियां का मुहताज नहीं है। सबको वरता तेरा भाणा के नियम अधीन वो हाजिर नाजर है ਅਤੇ उसकी नज़र हेठ मनुख कर्म करता है। अंदर राजा तख्त है। पन्ना 1092 मारू महला तीजा। अंदर राजा तख्त है, आपे करे न्याओ। ਇਹ ਹੁਣ ਨਿਸ਼ਕਰਸ਼ ਹੈ ਜੀ ਇਸ ਸੰਕਲਪ ਦਾ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ, ਗੁਰ ਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਾਓ, ਖਰੇ ਪਰਖ ਖਜ਼ਾਨੇ ਪਾਇਨ, ਫੋਟਿਆ ਨਹੀਂ ਥਾਓ, ਸਭ ਸੱਚੋ ਸੱਚ ਵਰਤਾ, ਸਦਾ ਸੱਚ ਨਿਆਓ, ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਉ। ਭਾਵ ਜੀਵ ਦੇ ਅੰਦਰ ਜੀਆਂ ਦਾ ਮਾਲਕ ਬੈਠਾ ਹੈ, ਜੀਵ ਦੇ ਅੰਦਰ ਹੀ ਉਸ ਦਾ ਤਖਤ ਹੈ। वो आप ही अंदर बैठा है जीवन